ਸਾਇੰਟਿਸਟ ਨੂੰ ਇਹ ਪਤਾ ਸੀ ਕਿ ਇਹ ਵੀ ਜਿਹੜਾ ਓਮਿਕਰੋਨ ਜਾਂ ਡੈਲਟਾ ਜਿਹੜਾ ਕੋਵਿਡ ਦਾ ਵਾਇਰਸ ਹੈ ਇਹ ਮੁਟੇਟ ਕਰ ਦੁਬਾਰਾ ਆਏਗਾ। ਇੰਡੀਆ ਵਿੱਚ ਵੈਕਸੀਨਸ ਲੱਗੀ ਹੈ, ਉਹਦੀ ਕੁਆਲਿਟੀ ਵੀ ਜੀ ਬੈਟਰ ਸੀ, ਉਹਦਾ ਪ੍ਰੋਟੈਕਸ਼ਨ ਲੈਵਲ ਵੀ ਬੈਟਰ ਸੀ। ਪਬਲਿਕ ਪਲੇਸਿਸ ਦੇ ਵਿੱਚ ਜਿਹੜੇ ਪ੍ਰੋਟੈਕਸ਼ਨ ਦੇ ਜਿੰਨੇ ਵੀ ਹੈਗੇ ਚੀਜ਼ਾਂ ਉਹਨਾਂ ਨੂੰ ਇਮੀਡੀਏਟਲੀ ਲਾਗੂ ਕਰਨੀ ਚਾਹੀਦੀਆਂ ਨੇ। ਮਾਸਕ ਜਿਹੜਾ ਹੈਗਾ ਉਹ 3 ਪਲਾਈ ਦਾ ਮਾਸਕ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਬੂਸਟਰ ਡੋਜ਼ ਲੱਗ ਚੁੱਕੀ ਆ ਉਹਨਾਂ ਨੂੰ ਵੀ ਘਬਰਾਉਣ ਦੀ ਲੋੜ ਹੈ। ਬੂਸਟਰ ਤੇ ਪ੍ਰੀਕਾਸ਼ਨ ਡੋਜ਼ ਬਹੁਤ ਘੱਟ ਲੋਕਾਂ ਵਿੱਚ ਲੱਗੀ ਹੈ। ਜਿਹੜੀ ਨੈਚੁਰਲ ਇਨਫੈਕਸ਼ਨ ਜਿਹੜੀ ਇਮਿਊਨਿਟੀ ਪ੍ਰਦਾਨ ਕਰਦੀ ਹੈ ਉਹਦੀ ਜਿਹੜੀ ਪ੍ਰੋਟੈਕਸ਼ਨ ਦੀ ਕੈਪੈਸਿਟੀ ਹੈ ਬਹੁਤ ਜ਼ਿਆਦਾ ਹੈ। ਕਰੋਨਾ ਮੁੜ ਤੋਂ ਪੈਰ ਪਸਾਰ ਰਿਹਾ। ਜੇ ਕਰੋਨਾ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਚਾਈਨਾ 'ਚ ਬਹੁਤ ਵੱਧ ਚੁੱਕਿਆ, ਉੱਥੇ ਹੀ ਇੰਡੀਆ ਵਿੱਚ ਵੀ ਕਿਤੇ ਨਾ ਕਿਤੇ ਇਸ ਦੇ ਕੇਸ ਵਧਣ ਲੱਗੇ ਨੇ। ਇੰਡੀਅਨ ਗਵਰਨਮੈਂਟ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ। ਉਹਦੇ ਨਾਲ ਜੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਸੀਐਮ ਵੱਲੋਂ ਅੱਜ ਪਬਲਿਕ ਪਲੇਸ 'ਤੇ ਮਾਸਕ ਪਾਉਣ ਦੀ ਅਪੀਲ ਆ ਲੋਕਾਂ ਨੂੰ ਕੀਤੀ ਗਈ ਆ। ਗੱਲ ਕਰਾਂਗੇ ਡਾਕਟਰ ਰਮਨੀਕ ਸਿੰਘ ਬੇਦੀ ਸਾਡੇ ਨਾਲ ਨੇ, ਜੋ IMA ਦੇ ਵਾਈਸ ਪ੍ਰੈਜ਼ੀਡੈਂਟ ਨੇ ਸਾਬਕਾ। ਉਹਨਾਂ ਨਾਲ ਗੱਲ ਕਰਾਂਗੇ। ਡਾਕਟਰ ਸਾਹਿਬ, ਕਰੋਨਾ ਦੇ ਕੇਸ ਮੁੜ ਤੋਂ ਵਧਣ ਲੱਗ ਪਏ, ਇਹਦਾ ਕੀ ਮੇਨ ਕਾਰਨ ਕੀ? ਦੇਖੋ, ਜਦੋਂ ਸਪੈਨਿਸ਼ ਫਲੂ ਆਇਆ ਸੀਗਾ 100 ਸਾਲ ਪਹਿਲਾਂ, ਅਤੇ ਉਹਨਾਂ ਨੇ ਮਹਾਂਮਾਰੀ ਕੀਤੀ ਸੀਗੀ ਔਰ ਬਹੁਤ ਵੱਡੇ ਪੱਧਰ 'ਤੇ ਮੌਤਾਂ ਹੋਈਆਂ ਸੀਗੀਆਂ। ਉਸ ਤੋਂ ਬਾਅਦ ਕੀ ਦੇਖਿਆ ਕਿ ਉਹ ਇਨਵਾਇਰਮੈਂਟ ਵਿੱਚ ਬਸ ਗਿਆ ਹੈ ਔਰ ਉਹ ਕਿੰਨੇ ਸਾਲ ਹੋ ਗਏ ਹੈ, ਹਰ ਸਾਲ ਉਹ ਆਉਂਦਾ ਹੈ ਬਟ ਮਾਈਲਡਰ ਫਾਰਮ ਵਿੱਚ ਆਉਂਦਾ ਹੈ। ਉਹਦੇ ਵੈਕਸੀਨੇਸ਼ਨ ਵੀ ਹੁਣ ਸ਼ੁਰੂ ਹੋ ਗਈ ਹੈ, ਬੱਚਿਆਂ 'ਚ ਵੀ ਲੱਗਦੀ ਹੈ ਅਤੇ ਵੱਡਿਆਂ 'ਚ ਵੀ ਲੱਗਦੀ ਹੈ। ਅਤੇ ਡਾਕਟਰਸ ਅਤੇ ਸਾਇੰਟਿਸਟ ਨੂੰ ਇਹ ਪਤਾ ਸੀਗਾ ਕਿ ਇਹ ਵੀ ਜਿਹੜਾ ਓਮਿਕਰੋਨ ਜਾਂ ਡੈਲਟਾ ਜਿਹੜਾ ਕੋਵਿਡ ਦਾ ਵਾਇਰਸ ਹੈ ਇਹ ਮੁਟੇਟ ਕਰਕੇ ਦੁਬਾਰਾ ਆਏਗਾ ਔਰ ਇਹ ਦੇਖਿਆ ਵੀ ਜਾ ਰਿਹਾ ਕਿ ਹੁਣ ਡਿਫਰੈਂਟ ਮਿਊਟੇਸ਼ਨ ਜਿਹੜੀਆਂ ਹੈਗੀਆਂ ਆ ਰਹੀਆਂ ਨੇ। ਬਟ ਮੈਂ ਇੱਥੇ ਇਹ ਕਹੂੰਗਾ ਕਿ ਹਿੰਦੁਸਤਾਨ ਜਿਹੜਾ ਹੈ ਇਸ ਵੇਲੇ ਬਹੁਤ ਅੱਛੇ ਜਗ੍ਹਾ 'ਤੇ ਖੜ੍ਹਾ ਹੋਇਆ ਹੈ, ਕਿਉਂਕਿ ਇੱਕ ਤਾਂ ਵੈਕਸੀਨੇਸ਼ਨ ਦੀ ਦਰ ਉਹਦੇ ਵਿੱਚ ਸਟੇਟਸ ਹੋਣ ਜਾਂ ਉਹ ਗਵਰਨਮੈਂਟ ਆਫ ਇੰਡੀਆ ਹੋਏ, ਉਹਨਾਂ ਨੇ ਔਰ ਜਿਹੜੇ ਲੋਕੀ ਹੈ ਉਹਨਾਂ ਦੀ ਵੀ ਮਦਦ ਦੇ ਨਾਲ ਇਹ ਵੈਕਸੀਨੇਸ਼ਨ ਕਾਫੀ ਅੱਛੇ ਦਰ 'ਤੇ ਲੱਗੀ ਹੈ। ਔਰ ਦੂਸਰੀ ਜਿਹੜੀ ਇਹ ਵੀ ਪਤਾ ਚੱਲਿਆ ਹੈ ਕਿ ਜਿਹੜੀ ਇੰਡੀਆ ਵਿੱਚ ਵੈਕਸੀਨਸ ਲੱਗੀ ਹੈ ਉਹਦੀ ਕੁਆਲਿਟੀ ਵੀ ਜੀ ਬੈਟਰ ਸੀਗੀ, ਉਹਦਾ ਪ੍ਰੋਟੈਕਸ਼ਨ ਲੈਵਲ ਵੀ ਬੈਟਰ ਸੀਗਾ। ਹਾਂ, ਹੁਣ ਇਸ ਵੇਲੇ ਜਿਹੜੀ ਇਸ ਵੇਲੇ ਸਟੇਜ ਹੈਗੀ ਹੈ, ਸਾਨੂੰ 2 ਜਾਂ 3 ਹਫ਼ਤੇ ਤੋਂ ਬਾਅਦ ਜੀਨੋਮ ਸੀਕੁਐਂਸਿੰਗ ਦੇ ਦੁਆਰਾ ਪਤਾ ਚੱਲੇਗਾ ਕਿ ਇੰਡੀਆ ਵਿੱਚ ਜਿਹੜਾ ਸਟ੍ਰੇਨ ਜਿਹੜਾ ਆਏਗਾ ਜਾਂ ਆਇਆ ਹੈ ਉਹ ਕਿੰਨਾ ਘਾਤਕ ਸਾਬਿਤ ਹੋਏਗਾ ਔਰ ਉਹਦਾ ਮਲਟੀਪਲੀਕੇਸ਼ਨ ਫੈਕਟਰ ਕੀ ਹੋਏਗਾ ਔਰ ਕਿਹੜੀਆਂ ਦਵਾਈਆਂ ਔਰ ਜਿਹੜੀ ਪੁਰਾਣੀ ਇਮਿਊਨਾਈਜੇਸ਼ਨ ਹੈ ਉਹ ਕਿੰਨੀ ਕਾਰਗਰ ਇਸ ਨੂੰ ਰੋਕਣ ਵਾਸਤੇ ਸਿੱਧ ਹੋਏਗੀ। ਸੋ ਮੈਂ ਇਹ ਗੁਜ਼ਾਰਿਸ਼ ਕਰੂੰਗਾ ਤੁਹਾਡੇ ਰਾਹੀਂ ਕਿ ਪਹਿਲੇ ਜਿਹੜੇ 15-20 ਦਿਨ 'ਚ ਲੋਕੀ ਜਿਹੜੇ ਚਪੇਟ 'ਚ ਆ ਜਾਣਗੇ ਇਹਦੇ, ਉਹਨਾਂ ਵਿੱਚ ਸਾਨੂੰ ਸ਼ਾਇਦ ਇੰਨੀ ਮਾਲੂਮਾਤ ਨਾ ਹਾਸਿਲ ਤਦ ਤੱਕ ਹੋ ਸਕੇ। ਸੋ ਉਹਨਾਂ ਵਿੱਚ ਕੀ ਸੀਰੀਅਸਨੈਸ ਆਏਗੀ ਉਹ ਤਦ ਤੱਕ ਮੈਂ ਸਮਝਦਾ ਕਿ ਜਿਵੇਂ ਪੰਜਾਬ ਗੌਰਮੈਂਟ ਨੇ ਵੀ ਹਿਦਾਇਤ ਜਾਰੀ ਕਰ ਦਿੱਤੀ ਹੈ, ਪਬਲਿਕ ਪਲੇਸਿਸ ਦੇ ਵਿੱਚ ਜਿਹੜੇ ਪ੍ਰੋਟੈਕਸ਼ਨ ਦੇ ਜਿੰਨੇ ਵੀ ਹੈਗੇ ਚੀਜ਼ਾਂ ਉਹਨਾਂ ਨੂੰ ਇਮੀਡੀਏਟਲੀ ਲਾਗੂ ਕਰਨੀ ਚਾਹੀਦੀਆਂ ਨੇ ਔਰ ਪਰਸਨਲ ਪ੍ਰੋਟੈਕਸ਼ਨ ਵਾਸਤੇ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਮਾਸਕ ਪਹਿਨੋ। ਹੁਣ ਜਿੱਥੇ ਤੱਕ ਮਾਸਕ ਦਾ ਤਅੱਲਕ ਹੈਗਾ, ਅਸੀਂ ਪਿਛਲੀ ਵਾਰੀ ਵੇਵ 'ਚ ਕੀ ਦੇਖਿਆ ਸੀਗਾ ਕਿ ਲੋਕੀ ਮਾਸਕ ਪਹਿਨਦੇ ਤੇ ਸੀਗੇ, ਜਾਂ ਤਾਂ ਕੱਪੜੇ ਦੇ ਮਾਸਕ ਪਹਿਨਦੇ ਸੀਗੇ ਜਾਂ ਠੀਕ ਤਰ੍ਹਾਂ ਨਾਲ ਮਾਸਕ ਨਹੀਂ ਪਹਿਨਦੇ ਸੀਗੇ। ਮਾਸਕ ਜਿਹੜਾ ਹੈਗਾ ਉਹ 3 ਪਲਾਈ ਦਾ ਮਾਸਕ ਹੋਣਾ ਚਾਹੀਦਾ ਔਰ ਉਹ ਜਾਂ ਉਹ N95 ਮਾਸਕ ਹੋਣਾ ਚਾਹੀਦਾ। ਟਾਈਟ ਤਰੀਕੇ ਨਾਲ ਮੂੰਹ ਦੇ ਉੱਤੇ ਮਾਸਕ ਹੋਣਾ ਚਾਹੀਦਾ ਤਾਂ ਕਿ ਜਿਹੜੇ ਸਾਹ ਹੈਗਾ ਉਹ ਮਾਸਕ ਦੇ ਰਾਹੀਂ ਅੰਦਰ ਤੇ ਬਾਹਰ ਜਾ ਸਕੇ। ਲੋਕੀ ਨੱਕ ਤੋਂ ਸਰਕਾ ਕੇ ਮਾਸਕ ਪਹਿਨਦੇ ਨੇ, ਸੋ ਉਹਨਾਂ ਵਿੱਚ ਜਿਹੜਾ ਹੈਗਾ ਮਾਸਕ ਪਹਿਨਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸੋ ਤੀਸਰੀ ਗੱਲ ਮੈਂ ਕਹਿ ਰਿਹਾ ਕਿ ਕਾਫੀ ਜਦੋਂ ਬੂਸਟਰ ਡੋਜ਼ ਦਾ ਵਕਤ ਆਇਆ ਸੀਗਾ ਔਰ ਪ੍ਰੀਕਾਸ਼ਨ ਡੋਜ਼ ਜਿਹਨੂੰ ਅਸੀਂ ਕਹਿੰਦੇ ਸੀਗੇ, ਉਸ ਟਾਈਮ 'ਤੇ ਵੇਵ ਜਿਹੜਾ ਹੈਗਾ ਉਹਦਾ ਅਸਰ ਘੱਟ ਹੋਣਾ ਸ਼ੁਰੂ ਹੋ ਗਿਆ ਸੀਗਾ। ਇਸ ਕਰਕੇ ਬੂਸਟਰ ਅਤੇ ਪ੍ਰੀਕਾਸ਼ਨ ਡੋਜ਼ ਬਹੁਤ ਘੱਟ ਲੋਕਾਂ ਵਿੱਚ ਲੱਗੀ ਹੈਗੀ ਹੈ। ਸੋ ਖਾਸ ਕਰਕੇ ਜਿਹੜੇ ਬਜ਼ੁਰਗ ਨੇ, ਖਾਸ ਕਰਕੇ ਜਿਹੜੇ ਕਰੋਨਿਕ ਬਿਮਾਰੀਆਂ ਤੋਂ ਪੀੜਿਤ ਨੇ, ਜਿਵੇਂ ਡਾਇਬਟੀਜ਼ ਹੈ, ਹਾਈਪਰਟੈਂਸ਼ਨ ਹੈ, ਕਿਡਨੀ ਡਿਜ਼ੀਜ਼ ਹੈ, ਲਿਵਰ ਡਿਜ਼ੀਜ਼ ਹੈ, ਜਾਂ ਕੋਈ ਇਮਿਊਨੋ ਕੰਪਰੋਮਾਈਜ਼ ਲੋਕ ਹੈਗੇ ਨੇ, ਉਹਨਾਂ ਵਿੱਚ ਮੈਂ ਕਹੂੰਗਾ ਕਿ ਵੀ ਕੇਂਦਰਾਂ ਵਿੱਚ ਜਾ ਕੇ ਉਹਨਾਂ ਨੂੰ ਪ੍ਰੀਕਾਸ਼ਨ ਜਾਂ ਬੂਸਟਰ ਡੋਜ਼ ਲਗਵਾਉਣੀ ਚਾਹੀਦੀ ਹੈ ਔਰ ਤਾਂ ਕਿ ਉਹ ਜਿਹੜੇ ਪਹਿਲੇ ਜਿਹੜੇ ਲੋਕੀ ਹੈ ਜਿਹੜੇ ਜ਼ਿਆਦਾ ਵਨਰੇਬਲ ਨੇ ਇਹਦੇ ਵਿੱਚ ਫਸਣ ਵਾਸਤੇ, ਉਹ ਐਟਲੀਸਟ ਆਪਣੀ ਪ੍ਰੋਟੈਕਸ਼ਨ ਜਿਹੜੀ ਹੈਗੀ ਹੈ ਖੁਦ ਕਰ ਸਕਣ। ਦੇਖਿਆ ਜਾਵੇ ਤਾਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਹੈ 2 ਵੈਕਸੀਨਾਂ ਤਾਂ ਲੱਗ ਗਈਆਂ, ਉਸ ਤੋਂ ਬਾਅਦ ਬੂਸਟਰ ਡੋਜ਼ ਲੱਗਦੀ ਸੀ ਕਿ ਜਿਨ੍ਹਾਂ ਲੋਕਾਂ ਨੂੰ ਬੂਸਟਰ ਡੋਜ਼ ਲੱਗ ਚੁੱਕੀ ਆ ਉਹਨਾਂ ਨੂੰ ਵੀ ਘਬਰਾਉਣ ਦੀ ਲੋੜ ਹੈ?
ਦੇਖੋ ਘਬਰਾਉਣ ਦੀ ਲੋੜ ਕਿਸੇ ਨੂੰ ਵੀ ਨਹੀਂ ਹੈ। ਹਿੰਦੁਸਤਾਨ, ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਚਾਈਨਾ ਤੋਂ ਬਹੁਤ ਫਰਕ ਹੈ। ਚਾਈਨਾ ਵਿੱਚ ਉਹਨਾਂ ਨੇ ਇਹੋ ਜਿਹੀਆਂ ਪਾਲਿਸੀਆਂ ਅਪਣਾਈਆਂ ਕਿ ਜਿਹਦੇ ਨਾਲ ਹਰਡ ਇਮਿਊਨਿਟੀ ਨਹੀਂ ਹੋਈ। ਸੋ ਇੰਡੀਆ 'ਚ ਕੀ ਹੋਇਆ, ਹਾਈਬ੍ਰਿਡ ਇਮਿਊਨਿਟੀ ਹੈਗੀ ਹੈ। ਹੁਣ ਹਾਈਬ੍ਰਿਡ ਇਮਿਊਨਿਟੀ ਕੀ ਹੁੰਦੀ ਹੈ, ਮੈਂ ਥੋੜ੍ਹਾ ਜਿਹਾ ਵਿਸਤਾਰ 'ਚ ਸਮਝਾਉਣਾ ਚਾਹੂੰਗਾ। ਇੱਕ ਤੇ ਵੈਕਸੀਨੇਸ਼ਨ ਜਿਹੜੀ ਹੈ ਉਹ ਇਮਿਊਨਿਟੀ ਪ੍ਰਦਾਨ ਕਰਦੀ ਹੈ। ਦੂਸਰੀ ਇੱਕ ਨੈਚੁਰਲ ਇਨਫੈਕਸ਼ਨ ਜਿਹੜੀ ਹੈਗੀ ਹੈ ਉਹ ਵੀ ਇਮਿਊਨਿਟੀ ਪ੍ਰਦਾਨ ਕਰਦੀ ਹੈ। ਔਰ ਜਿਹੜੀ ਨੈਚੁਰਲ ਇਨਫੈਕਸ਼ਨ ਜਿਹੜੀ ਇਮਿਊਨਿਟੀ ਪ੍ਰਦਾਨ ਕਰਦੀ ਹੈ ਉਹਦੀ ਜਿਹੜੀ ਪ੍ਰੋਟੈਕਸ਼ਨ ਦੀ ਕੈਪੈਸਿਟੀ ਹੈ ਬਹੁਤ ਜ਼ਿਆਦਾ ਹੈ। ਸੋ ਹਿੰਦੁਸਤਾਨ ਵਿੱਚ ਮੋਰ ਦੈਨ 90% ਪੀਪਲ ਹਾਈਬ੍ਰਿਡ ਇਮਿਊਨਿਟੀ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਉਹ ਪ੍ਰੋਟੈਕਟਡ ਨੇ। ਸੋ ਇਹ ਜਿਹੜੀ ਵੇਵ ਆਏਗੀ, ਅਗਰ ਉਹ ਚਾਈਨਾ ਵਿੱਚ ਘਾਤਕ ਵੀ ਸਿੱਧ ਹੋ ਰਹੀ ਹੈ ਤੇ ਸਾਨੂੰ ਇਹ ਬਹੁਤ ਉਮੀਦ ਹੈ ਕਿ ਇੰਡੀਆ 'ਚ ਉਹ ਇੰਨੀ ਘਾਤਕ ਸਿੱਧ ਨਹੀਂ ਹੋਏਗੀ। ਚਲੋ ਉਮੀਦ ਕਰਦੇ ਹਾਂ ਡਾਕਟਰ ਸਾਹਿਬ ਕਿ ਘਾਤਕ ਸਿੱਧ ਨਹੀਂ ਹੋਊਗੀ। ਜੇ ਲੋਕਾਂ ਨੂੰ ਪ੍ਰੀਕਾਸ਼ਨ ਦੀ ਗੱਲ ਕੀਤੀ ਜਾਵੇ ਤਾਂ ਲੋਕ ਘਰੇ ਕਿਸ ਤਰ੍ਹਾਂ ਦੇ ਪ੍ਰੀਕਾਸ਼ਨ ਲੈ ਸਕਦੇ, ਕਿਉਂਕਿ ਸਟਾਰਟਿੰਗ ਘਰ ਤੋਂ ਹੀ ਹੁੰਦੀ ਹੈ ਪਹਿਲਾਂ। ਯੈਸ, ਯੂ ਸੀ, ਜਿਵੇਂ ਮੈਂ ਕਿਹਾ ਕਿ ਜਿਹੜੇ ਪਰਸਨਲ ਪ੍ਰੋਟੈਕਸ਼ਨ ਹੈਗੀ, ਇਸ ਤੋਂ ਵੱਡੀ ਕੋਈ ਪ੍ਰੋਟੈਕਸ਼ਨ ਨਹੀਂ ਹੈ। ਸੋ ਉਹ ਜਿਹੜੀ ਪੁਰਾਣੇ ਵੇਵ ਦੇ ਵਿੱਚ ਜਿਹੜੀ ਪ੍ਰੋਟੈਕਸ਼ਨ ਅਸੀਂ ਲੈਂਦੇ ਸੀਗੇ, ਮਾਸਕ ਪਹਿਨਣਾ, 2 ਗਜ ਦੀ ਦੂਰੀ, ਹੈਂਡ ਸੈਨੀਟਾਈਜੇਸ਼ਨ, ਖਾਸ ਕਰਕੇ ਇੱਕ ਇਹ ਹੋਰ ਦੇਖਿਆ ਗਿਆ ਸੀ ਕਿ ਜਿਹੜੇ ਕਲੋਜ਼ਡ ਕਮਰੇ ਹੈਗੇ ਆ ਉਹਨਾਂ ਦੇ ਵਿੱਚ ਇਹ ਜਿਹੜੀ ਹੈਗੀ ਹੈ ਉਹ ਫੈਲਦੀ ਸੀਗੀ। ਦੂਸਰਾ, ਜਿਨ੍ਹਾਂ ਵਿੱਚ ਇਮਿਊਨਿਟੀ ਲੈਵਲ ਲੋ ਸੀਗਾ ਉਹਨਾਂ ਵਿੱਚ ਇਹ ਫੈਲਦੀ ਸੀਗੀ। ਸੋ ਅੱਜ ਦੇ ਦਿਨ ਵਿੱਚ ਸਰਦੀਆਂ ਦਾ ਮੌਸਮ ਹੈ, ਫਲੂ ਵੀ ਬਹੁਤ ਆਇਆ ਹੋਇਆ, ਖਾਂਸੀ ਜ਼ੁਕਾਮ ਬਹੁਤ ਆਇਆ ਹੋਇਆ, ਉਹਦੇ ਤੋਂ ਵੀ ਬਚਾਅ ਕਰਨਾ ਹੈ। ਅੱਛਾ ਆਹਾਰ ਲੈਣਾ ਹੈ, ਵਾਈਟਾਮਿਨਸ ਲੈਣੇ ਹੈ, अपना नेचुरल फ्रूट्स लो। और मैं ये कहूँगा कि भी अपनी इम्यूनिटी ਨੂੰ ਬੂਸਟ ਕਰਕੇ ਰੱਖੋ ਤਾਂ ਕਿ ਉਹ ਤੁਸੀਂ ਜਿਹੜੇ ਇਹ ਵਾਇਰਸ ਹੈਗੇ ਅਗਰ ਆਉਣ ਵੀ ਤੁਹਾਡੇ ਨਜ਼ਦੀਕ ਤੇ ਉਹ ਸੀਰੀਅਸਨੈਸ ਨਾ ਹੋਣ, ਉਹ ਤੁਹਾਨੂੰ ਇਮਿਊਨਿਟੀ ਦੇ ਕੇ ਜਾਣ ਬਜਾਏ ਇਹਦੇ ਕਿ ਵੀ ਉਹ ਤੁਹਾਨੂੰ ਸੀਰੀਅਸਨੈਸ ਵੱਲ ਲੈ ਕੇ ਜਾਣ। ਦੇਖਿਆ ਜਾਵੇ ਤਾਂ ਕਰੋਨਾ ਜਦੋਂ ਪਹਿਲਾਂ ਆਇਆ ਸੀ ਤਾਂ ਲੋਕਡਾਊਨ ਲੱਗ ਗਿਆ ਸੀ, ਸਭ ਲੋਕ ਘਰਾਂ ਤੱਕ ਸੀਮਿਤ ਰਹਿ ਗਏ ਸੀ। ਇਸ ਵਾਰੀ ਲੱਗਦਾ ਵੀ ਇਸ ਤਰ੍ਹਾਂ ਹੋ ਸਕਦਾ? ਮੈਨੂੰ ਨਹੀਂ ਉਮੀਦ ਹੈ ਕਿ ਵੀ ਇਹ ਲੋਕਡਾਊਨ ਤੱਕ ਇਹ ਜਾਏਗਾ। ਅਗਰ ਅਸੀਂ ਪਬਲਿਕ ਪਲੇਸਿਸ ਵਿੱਚ ਅਗਰ ਅਸੀਂ ਆਪਣੇ ਪ੍ਰੋਟੋਕੋਲਸ ਨੂੰ ਲਗਾ ਲਈਏ ਔਰ ਪਰਸਨਲ ਪ੍ਰੋਟੈਕਸ਼ਨ ਜਿਹੜੀ ਹੈ ਉਹ ਕਰ ਲਈਏ, ਔਰ ਖਾਸ ਕਰਕੇ ਜਦੋਂ ਤੱਕ ਸਾਡੀ ਵੈਕਸੀਨੇਸ਼ਨ ਜਿਹੜੀ ਹੈਗੀ ਹੈ ਉਹਨੂੰ ਹੁਣ ਜਿੱਥੇ ਜਿੱਥੇ ਬੂਸਟਰ ਡੋਜ਼ ਨਹੀਂ ਲੱਗੀ ਹੈ ਉਸ ਕਮੀ ਨੂੰ ਪੂਰਾ ਕਰ ਲਈਏ, ਤੇ ਮੈਂ ਸਮਝਦਾ ਕਿ ਵੀ ਅਸੀਂ ਹੁਣ ਕਾਫੀ ਹੱਦ ਤੱਕ ਤਿਆਰ ਹੈ। ਡਾਕਟਰਸ ਤਿਆਰ ਨੇ, ਸਾਇੰਟਿਸਟ ਤਿਆਰ ਨੇ, ਸਰਕਾਰਾਂ ਤਿਆਰ ਨੇ। ਸਿਰਫ ਲੋਕਾਂ ਨੂੰ ਸਿਰਫ ਇਤਿਹਾਤ ਵਰਤਣਾ ਔਰ ਸਮੇਂ ਰਹਿੰਦੇ ਇਸ ਦਾ ਜਿਹੜਾ ਪ੍ਰੀਕਾਸ਼ਨ ਲੈਣਾ ਹੈ। ਮੈਂ ਸਮਝਦਾ ਕਿ ਜੇ ਅਗਰ ਕੱਲ੍ਹ ਲੈਣਾ ਤਾਂ ਅੱਜ ਤੋਂ ਸ਼ੁਰੂ ਕਰੋ ਤਾਂ ਕਿ ਇਹ ਫੈਲੇ ਹੀ ਨਾ। ਅਗਰ ਇਹ ਫੈਲੇਗਾ ਨਹੀਂ ਤਾਂ ਇਹ ਵੇਵ ਇੰਨੀ ਦੂਰ ਤੱਕ ਜਾਏਗੀ ਨਹੀਂ, ਔਰ ਅਗਰ ਦੂਰ ਤੱਕ ਨਹੀਂ ਜਾਏਗੀ ਤਾਂ ਜਲਦੀ ਨਿਕਲ ਜਾਏਗੀ ਔਰ ਅਸੀਂ ਆਪਣਾ ਜਿਹੜਾ ਸਾਮਾਨਯ ਜੀਵਨ ਹੈ, ਨਾਰਮਲ ਜਿਹੜਾ ਹੈਗਾ, ਉਹ ਬੜੀ ਜਲਦੀ ਦੁਬਾਰਾ ਉਹਦੇ ਵਿੱਚ ਆ ਜਾਵਾਂਗੇ। ਹੁਣ ਇੱਕ ਸਰਦੀਆਂ ਵਿੱਚ ਦੇਖੋ ਇੱਕ ਚੰਗੀ ਗੱਲ ਹੋਈ ਹੈ ਇੱਕ ਪਾਸੇ ਤਾਂ ਕਿ ਸਕੂਲ ਬੰਦ ਹੋ ਜਾਣਗੇ, ਸੋ ਉਹਦੇ ਕਰਕੇ ਬੱਚੇ ਜਿਹੜੇ ਹੈਗੇ ਨੇ ਉਹ ਪ੍ਰੋਟੈਕਟ ਹੋ ਜਾਣਗੇ। ਬਟ ਦੂਸਰੀ ਆਪਾਂ ਦੇਖੀਏ ਤਾਂ ਲੋਕ ਇਹ ਛੁੱਟੀਆਂ ਦੇ ਦੌਰਾਨ ਹੌਲੀਡੇ ਵਿੱਚ ਜਾਣਗੇ, ਮਾਲਸ ਵਿੱਚ ਜਾਣਗੇ। ਤੋ ਇਹ ਜਿਹੜੀ ਦੋਨੋਂ ਤਰਫਾਂ ਜਿਹੜੀ ਇਹਦੀ ਦੋ ਤਲਵਾਰ ਹੈਗੀ ਹੈ। ਸੋ ਇਹ ਮੈਂ ਦੇਖਦਾ ਕਿ ਵੀ ਛੁੱਟੀਆਂ ਹੋ ਗਈਆਂ, ਇਹਦਾ ਫਾਇਦਾ ਉਠਾਓ, ਇਨਫੈਕਸ਼ਨ ਨੂੰ ਰੋਕੋ। ਮਾਲ ਜਾਣਾ ਹੈ ਜਾਂ ਕਿਤੇ ਵੀ ਪਬਲਿਕ ਪਲੇਸਿਸ ਜਾਣਾ ਹੈ ਤਾਂ ਪ੍ਰੋਪਰ ਪ੍ਰੀਕਾਸ਼ਨਸ ਲੈ ਕੇ ਉਹਨਾਂ ਜਗ੍ਹਾ 'ਤੇ ਜਾਓ। ਕਿਤੇ ਡਾਕਟਰ ਸਾਹਿਬ ਗੈਦਰਿੰਗ ਤੋਂ ਬਚਣਾ ਵੀ ਜ਼ਰੂਰੀ ਹੈ, ਕਿਉਂਕਿ ਪਹਿਲਾਂ ਵੀ ਗੱਲ ਕੀਤੀ ਹੈ ਡਿਸਟੈਂਸ ਦਾ ਖਿਆਲ ਰੱਖਿਆ ਗਿਆ। ਯੈਸ, ਸੁਪਰ ਸਪੈਡਰਸ ਜੋ ਹੈ, ਹੁਣ ਦੇਖੋ ਅਸੀਂ ਕਾਫੀ ਹੱਦ ਤੱਕ ਇਸ ਬਿਮਾਰੀ ਦੇ ਬਾਰੇ ਜਾਣ ਚੁੱਕੇ ਹਾਂ। ਸਾਨੂੰ ਪਤਾ ਹੈ ਕਿ ਅਸੀਂ ਜੇ ਭੀੜ ਭੜਾਕੇ ਵਾਲੇ ਇਲਾਕੇ 'ਚ ਜਾਵਾਂਗੇ ਤਾਂ ਇਹ ਸਾਨੂੰ ਇਨਫੈਕਟ ਹੋਣ ਦੀ ਚਾਂਸਿਸ ਬਹੁਤ ਜ਼ਿਆਦਾ ਨੇ। ਸੋ ਅਗਰ ਤੁਸੀਂ ਕਿਸੇ ਮਜਬੂਰੀ ਵਿੱਚ ਜਾਣਾ ਵੀ ਹੈ, ਮੈਂ ਕਹਿੰਦਾ ਹਸਪਤਾਲ 'ਚ ਜਾਣਾ ਹੈ, ਕੋਈ ਬਿਮਾਰ ਹੈ, ਇਹੋ ਜਿਹੀ ਥਾਂ 'ਤੇ ਜਾਣਾ ਹੈ, ਤਾਂ ਐਟਲੀਸਟ ਪ੍ਰੋਪਰ ਮਾਸਕ ਪਹਿਨ ਕੇ ਜਾਓ ਔਰ ਉਹ ਆਪਣੀ ਦੂਰੀ ਰੱਖੋ ਤਾਂ ਕਿ ਆਪਣੇ ਆਪ ਨੂੰ ਉਹ ਇਨਫੈਕਟ ਨਾ ਹੋਏ। ਜੇ ਤੁਸੀਂ ਇਨਫੈਕਟ ਨਹੀਂ ਹੋਗੇ, ਤੁਸੀਂ ਆਪਣੇ ਸਕੇ ਸੰਬੰਧੀਆਂ ਨੂੰ ਇਨਫੈਕਟ ਨਹੀਂ ਕਰੋਗੇ, ਆਪਣੇ ਪਰਿਵਾਰ ਨੂੰ ਇਨਫੈਕਟ ਨਹੀਂ ਕਰੋਗੇ, ਆਪਣੇ ਆਸ-ਪਾਸ ਦੇ ਲੋਕਾਂ ਨੂੰ ਪ੍ਰੀਵੈਂਟ ਨਹੀਂ ਕਰੋਗੇ। ਤੋ ਇਹ ਸਭ ਕੁਝ ਜੇ ਅਗਰ ਤੁਸੀਂ ਆਪਣਾ ਪ੍ਰੋਟੈਕਸ਼ਨ ਕਰ ਲਓਗੇ, ਸਮਝਦੇ ਹੋ ਇਹ ਕਿਹਾ ਗਿਆ ਹੈ ਕਿ ਆਰ ਫੈਕਟਰ ਦਾ 1:18 ਹੈ। ਸੋ ਇੱਕ ਬੰਦਾ ਜਿਹੜਾ ਹੈਗਾ 18 ਲੋਕਾਂ ਨੂੰ ਇਨਫੈਕਟ ਕਰਦਾ ਹੈ। ਸੋ ਤੁਸੀਂ ਸਮਝ ਸਕਦੇ ਹੋ ਕਿ ਆਪਣੀ ਪ੍ਰੋਟੈਕਸ਼ਨ ਕਰਨ ਦੇ ਨਾਲ ਤੁਸੀਂ 18 ਲੋਕਾਂ ਦੀ ਨਾਲ ਪ੍ਰੋਟੈਕਸ਼ਨ ਵੀ ਕਰ ਲਈਏ। ਬਹੁਤ ਬਹੁਤ ਸ਼ੁਕਰੀਆ ਥੈਂਕ ਯੂ। ਸੋ ਗੱਲ ਕੀਤੀ ਜਾਵੇ ਤਾਂ ਕਰੋਨਾ ਵਾਇਰਸ ਜਿਸ ਤਰ੍ਹਾਂ ਡਾਕਟਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਦੀ ਤਰ੍ਹਾਂ ਘਾਤਕ ਨਹੀਂ ਹੋਊਗਾ, ਪਰ ਲੋਕਾਂ ਨੂੰ ਕਿਤੇ ਨਾ ਕਿਤੇ ਖੁਦ ਨੂੰ ਪ੍ਰੋਟੈਕਟ ਕਰਨਾ ਵੀ ਜ਼ਰੂਰੀ ਹੈ। ਹੁਣ ਦੇਖਣਾ ਹੋਏਗਾ ਆਉਣ ਵਾਲੇ ਸਮੇਂ 'ਚ ਇਹ ਕੀ ਰੰਗ ਲਿਆਂਦਾ, ਆਉਣ ਵਾਲਾ ਸਮੇਂ ਦੱਸੇਗਾ। ਚੰਡੀਗੜ੍ਹ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜੱਕੂ।